ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਦੀ ਬਾਲ ਸਭਾ ਵਿੱਚ। ਮਿਤੀ 21/11/2020, ਦਿਨ ਸ਼ਨੀਵਾਰ। ਹਾਂਜੀ ਬੇਟਾ, ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਰੌਚਕ ਕਹਾਣੀ ਲੈ ਕੇ, ਜਿਸ ਦਾ ਨਾਂ ਹੈ ਮਿੱਤੀ ਦੀ ਸਾਈਕਲ। ਹਾਂਜੀ, ਦੇਖਦੇ ਹਾਂ ਆਪਾਂ ਅੱਜ ਇਹ ਮਿੱਤੀ ਨੇ ਆਪਣੀ ਸਾਈਕਲ ਕਿਵੇਂ ਚਲਾਉਣੀ ਸਿੱਖੀ। ਤੁਸੀਂ ਵੀ ਸਿੱਖੀ ਹੋਏਗੀ, ਹੈ ਨਾ। ਹਾਂਜੀ, ਮਿੱਤੀ ਦੀ ਮੰਮੀ ਰੱਜੀ ਮਿੱਤੀ ਦੀ ਸਾਈਕਲ। ਇੱਕ ਦਿਨ ਮਿੱਤੀ ਖੇਡ ਰਹੀ ਸੀ। ਉਸਨੇ ਕੁਝ ਬੱਚਿਆਂ ਨੂੰ ਸਾਈਕਲ ਚਲਾਉਂਦੇ ਹੋਏ ਵੇਖਿਆ। ਮਿੱਤੀ ਦਾ ਮਨ ਵੀ ਸਾਈਕਲ ਚਲਾਉਣ ਨੂੰ ਕੀਤਾ। ਮਿੱਤੀ ਨੇ ਮੰਮੀ ਪਾਪਾ ਤੋਂ ਇੱਕ ਸਾਈਕਲ ਮੰਗਿਆ। ਅਗਲੇ ਦਿਨ ਪਾਪਾ ਨੇ ਮਿੱਤੀ ਨੂੰ ਸਾਈਕਲ ਲਿਆ ਦਿੱਤਾ। ਸਾਈਕਲ ਥੋੜ੍ਹੀ ਪੁਰਾਣੀ ਸੀ, ਪਰ ਚੰਗੀ ਹਾਲਤ ਵਿੱਚ ਸੀ। ਮਿੱਤੀ ਸਾਈਕਲ ਦੇਖ ਕੇ ਬਹੁਤ ਖੁਸ਼ ਹੋਈ। ਲਾਲ ਰੰਗ ਦੀ ਸਾਈਕਲ ਉੱਤੇ ਨੀਲੀ ਕਾਠੀ ਸੀ। ਮਿੱਤੀ ਨੇ ਮੰਮੀ ਨੂੰ ਸਾਈਕਲ ਸਿਖਾਉਣ ਲਈ ਕਿਹਾ। ਮੰਮੀ ਮਿੱਤੀ ਨੂੰ ਸਾਈਕਲ ਚਲਾਉਣਾ ਸਿਖਾਉਣ ਲੱਗੀ। ਉਹ ਦੋਵੇਂ ਸਵੇਰੇ ਜਲਦੀ ਉੱਠ ਕੇ ਖੁੱਲ੍ਹੇ ਮੈਦਾਨ ਵਿੱਚ ਗਈਆਂ। ਮਿੱਤੀ ਨੇ ਸਾਈਕਲ ਸਿੱਖਣਾ ਸ਼ੁਰੂ ਕਰ ਦਿੱਤਾ। ਮੰਮੀ ਨੇ ਮਿੱਤੀ ਨੂੰ ਸਾਈਕਲ ਦੀ ਗੱਦੀ 'ਤੇ ਬਿਠਾਇਆ। ਮਿੱਤੀ ਨੇ ਸਾਈਕਲ ਦਾ ਹੈਂਡਲ ਦੋਵਾਂ ਪਾਸਿਆਂ ਤੋਂ ਫੜ ਲਿਆ। ਮਿੱਤੀ ਹੌਲੀ-ਹੌਲੀ ਪੈਡਲ ਮਾਰਨ ਲੱਗੀ। ਮੰਮੀ ਨੇ ਹੈਂਡਲ ਅਤੇ ਕਾਠੀ ਕੋਲੋਂ ਸਾਈਕਲ ਫੜੀ ਰੱਖਿਆ। ਥੋੜ੍ਹੀ ਦੇਰ ਵਿੱਚ ਮੰਮੀ ਨੇ ਸਾਈਕਲ ਛੱਡ ਦਿੱਤਾ। ਮਿੱਤੀ ਸਾਈਕਲ ਦੇ ਭਾਰ ਨੂੰ ਸੰਭਾਲ ਨਾ ਸਕੀ। ਉਹ ਸਾਈਕਲ ਤੋਂ ਡਿੱਗ ਪਈ। ਉਸ ਦੇ ਹੱਥ 'ਤੇ ਥੋੜ੍ਹੀ ਜਿਹੀ ਸੱਟ ਲੱਗ ਗਈ। ਮਿੱਤੀ ਥੋੜ੍ਹੀ ਦੇਰ ਰੋਈ, ਪਰ ਫਿਰ ਸਾਈਕਲ ਚਲਾਉਣ ਲੱਗੀ। ਮਿੱਤੀ ਦੁਬਾਰਾ ਸਾਈਕਲ 'ਤੇ ਚੜ੍ਹ ਗਈ। ਮੰਮੀ ਨੇ ਸਾਈਕਲ ਸੰਭਾਲਿਆ। ਮਿੱਤੀ ਹੌਲੀ-ਹੌਲੀ ਸਾਈਕਲ ਚਲਾਉਂਦੀ ਰਹੀ। ਹਾਂਜੀ ਬੇਟਾ, ਰੁਕੀ ਨਹੀਂ। ਅਗਲੇ ਦਿਨ ਫੇਰ ਸਵੇਰੇ ਦੋਵੇਂ ਮੈਦਾਨ ਵਿੱਚ ਪਹੁੰਚ ਗਈਆਂ। ਅੱਜ ਮੰਮੀ ਨੇ ਸਾਈਕਲ ਨੂੰ ਪਿੱਛੋਂ ਫੜਿਆ। ਮਿੱਤੀ ਦੀ ਸਾਈਕਲ ਚਾਰੇ ਪਾਸਿਓਂ ਡੋਲ ਰਹੀ ਸੀ। ਮਿੱਤੀ ਇੰਝ ਹੀ ਕਾਫੀ ਦੇਰ ਤੱਕ ਸਾਈਕਲ ਚਲਾਉਂਦੀ ਰਹੀ। ਉਸ ਦਿਨ ਮਿੱਤੀ ਨੇ ਸ਼ਾਮ ਨੂੰ ਵੀ ਸਾਈਕਲ ਚਲਾਉਣਾ ਸਿੱਖਿਆ। ਮਿੱਤੀ ਇਕੱਲੀ ਹੀ ਸਾਈਕਲ ਨੂੰ ਹੱਥ ਨਾਲ ਖਿੱਚਦੀ ਰਹੀ। ਉਸ ਨੇ ਸਾਈਕਲ 'ਤੇ ਚੜ੍ਹਨ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਮਿੱਤੀ ਇਕੱਲੀ ਸਾਈਕਲ 'ਤੇ ਚੜ੍ਹ ਨਾ ਸਕੀ। ਅਗਲੇ ਦਿਨ ਸਵੇਰੇ ਮਿੱਤੀ ਦਾ ਸਾਈਕਲ ਡੋਲਿਆ ਨਹੀਂ। ਉਹ ਮੰਮੀ ਦੀ ਮਦਦ ਨਾਲ ਸਾਈਕਲ 'ਤੇ ਚੜ੍ਹ ਗਈ। ਮੰਮੀ ਸਾਈਕਲ ਦੇ ਪਿੱਛੇ-ਪਿੱਛੇ ਤੁਰ ਰਹੀ ਸੀ। ਮਿੱਤੀ ਹੌਲੀ-ਹੌਲੀ ਸਾਈਕਲ ਚਲਾਉਂਦੀ ਰਹੀ। ਹਾਂਜੀ ਬੇਟਾ, ਕੁਝ ਦੇਰ ਬਾਅਦ ਮਿੱਤੀ ਸਾਈਕਲ ਭਜਾਉਣ ਲੱਗੀ। ਮੰਮੀ ਉਸ ਦੇ ਪਿੱਛੇ-ਪਿੱਛੇ ਭੱਜੀ। ਥੋੜ੍ਹੀ ਦੇਰ ਬਾਅਦ ਮੰਮੀ ਨੇ ਸਾਈਕਲ ਛੱਡ ਦਿੱਤੀ। ਕੁਝ ਦੂਰ ਜਾ ਕੇ ਮਿੱਤੀ ਸਾਈਕਲ ਤੋਂ ਡਿੱਗ ਗਈ। ਮਿੱਤੀ ਨੂੰ ਸਾਈਕਲ ਚਲਾਉਣਾ ਆ ਗਿਆ ਸੀ। ਮਿੱਤੀ ਸਾਈਕਲ 'ਤੇ ਆਪਣੇ ਆਪ ਚੜ੍ਹ ਨਹੀਂ ਸਕਦੀ ਸੀ। ਮਿੱਤੀ ਆਪਣੇ ਆਪ ਸਾਈਕਲ ਤੋਂ ਉਤਰ ਵੀ ਨਹੀਂ ਸਕਦੀ ਸੀ। ਮਿੱਤੀ ਨੇ ਸਾਈਕਲ 'ਤੇ ਚੜ੍ਹਨਾ ਉਤਰਨਾ ਸਿੱਖਣਾ ਸੀ। ਹਾਂਜੀ, ਦੇਖਦੇ ਹਾਂ ਫਿਰ ਉਹਨੇ ਹੁਣ ਕੀ ਕੀਤਾ। ਫਿਰ ਮਿੱਤੀ ਸਾਰਾ ਦਿਨ ਸਾਈਕਲ ਬਾਰੇ ਸੋਚਦੀ ਰਹਿੰਦੀ। ਉਸ ਦੇ ਹੱਥ ਹੈਂਡਲ ਵਾਂਗੂ ਚੱਲਦੇ ਰਹਿੰਦੇ ਸਨ। ਉਹ ਰਾਤ ਨੂੰ ਵੀ ਸੁਪਨੇ ਵਿੱਚ ਸਾਈਕਲ ਚਲਾਉਂਦੀ ਸੀ। ਸਵੇਰ ਹੁੰਦੇ ਹੀ ਉਹ ਸਾਈਕਲ ਲੈ ਕੇ ਚਲੀ ਜਾਂਦੀ ਸੀ। ਮਿੱਤੀ ਸਿੱਧੇ-ਸਿੱਧੇ ਸਾਈਕਲ ਚਲਾ ਲੈਂਦੀ ਸੀ। ਉਸ ਨੂੰ ਸਾਈਕਲ 'ਤੇ ਉਤਰਨ ਚੜ੍ਹਨ ਦੀ ਮੁਸ਼ਕਿਲ ਹੁੰਦੀ ਸੀ। ਉਹ ਸਾਈਕਲ ਤੋਂ ਉਤਰਨ ਵੇਲੇ ਡਿੱਗ ਜਾਂਦੀ ਸੀ। ਮਿੱਤੀ ਨੂੰ ਸਾਈਕਲ ਉੱਚੀ ਲੱਗਦੀ
ਸੀ। ਹਾਂਜੀ, ਉਹਨੂੰ ਸਾਈਕਲ ਉੱਚੀ ਲੱਗਦੀ ਸੀ। ਸਾਈਕਲ 'ਤੇ ਬੈਠ ਕੇ ਮਿੱਤੀ ਦੇ ਪੈਰ ਥੱਲੇ ਨਹੀਂ ਲੱਗਦੇ ਸਨ। ਮਿੱਤੀ ਕਈ ਵਾਰ ਡਿੱਗ ਚੁੱਕੀ ਸੀ। ਇਸ ਦੇ ਬਾਵਜੂਦ ਉਹ ਖੁਸ਼ ਰਹਿੰਦੀ ਸੀ। ਉਸ ਨੇ ਰੱਜੀ ਨੂੰ ਇਹ ਗੱਲ ਦੱਸੀ। ਰੱਜੀ ਨੇ ਉਸ ਨੂੰ ਵੱਡਾ ਸਾਰਾ ਪੱਥਰ ਦਿਖਾਇਆ। ਮਿੱਟੀ ਪੱਥਰ 'ਤੇ ਪੈਰ ਰੱਖ ਕੇ ਸਾਈਕਲ 'ਤੇ ਚੜ੍ਹ ਗਈ। ਹੁਣ ਤਾਂ ਮਿੱਟੀ ਨੂੰ ਨਜ਼ਾਰਾ ਆ ਗਿਆ। ਦੋਵੇਂ ਸਕੂਲ ਸਾਈਕਲ 'ਤੇ ਜਾਣ ਲੱਗੀਆਂ। ਹਾਂਜੀ ਬੇਟਾ, ਉਹ ਇੱਕ ਪੱਥਰ ਦੇ ਸਹਾਰੇ ਨਾਲ ਸਾਈਕਲ 'ਤੇ ਚੜ੍ਹਨ ਅਤੇ ਉਤਰਨ ਲੱਗ ਪਈ। ਹਾਂਜੀ, ਸ਼ਾਬਾਸ਼। ਹਾਂਜੀ, ਪਾਣੀ ਵਿਅਰਥ ਨਾ ਗਵਾਓ। ਪਾਣੀ ਬਿਲਕੁਲ ਵੀ ਵਿਅਰਥ ਨਹੀਂ ਗਵਾਉਣਾ ਬੇਟਾ। ਬੂੰਦ ਬੂੰਦ ਪਾਣੀ ਦੀ ਬਹੁਤ ਹੀ ਕੀਮਤੀ ਹੈ। ਇਹ ਦੇਖੋ, ਇੱਥੇ ਟੂਟੀ ਨਹੀਂ ਲੱਗੀ ਹੋਈ, ਇਹਨੂੰ ਬੰਦ ਕਿਵੇਂ ਕੀਤਾ ਜਾ ਸਕਦਾ ਹੈ ਨਾ। ਇਸ ਦਾ ਧਿਆਨ ਰੱਖਣਾ ਹੈ ਅਤੇ ਪਾਣੀ ਨੂੰ ਹਮੇਸ਼ਾ ਹੀ ਬਚਾਉਣਾ ਹੈ। ਹਾਂਜੀ, ਕਰੋਨਾ ਕਰਕੇ ਆਪਾਂ ਘਰੇ ਬੈਠੇ ਹਾਂ ਨਾ, ਪਤਾ ਨਾ ਸਾਰਿਆਂ ਨੂੰ, ਕਰੋਨਾ ਮਹਾਂਮਾਰੀ ਕਰਕੇ। ਹਾਂਜੀ, ਫਿਰ ਸਮੇਂ ਸਿਰ ਆਪਣੇ ਨਹੁੰ ਕੱਟਣੇ ਹੈ ਅਤੇ ਆਪਣੇ ਦੰਦਾਂ ਨੂੰ ਹਰ ਰੋਜ਼ ਸਾਫ਼ ਕਰਨਾ ਹੈ ਅਤੇ ਆਪਣੀ ਸਫਾਈ ਦਾ ਧਿਆਨ ਰੱਖਣਾ ਹੈ, ਆਪਣੇ ਆਪ ਨੂੰ ਸਾਫ਼ ਰੱਖਣਾ ਹੈ, ਤਾਂ ਹੀ ਆਪਾਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਥੈਂਕ ਯੂ, ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ।